ਭਾਰਤੀ ਪਰੰਪਰਾ ਦੇ ਵਿੱਚ 5 ਜਿਹੜੀਆਂ ਕੋਮਲ ਕਲਾਵਾਂ ਮੰਨੀਆਂ ਜਾਂਦੀਆਂ, ਉਹਦੇ ਵਿੱਚ ਸਭ ਤੋਂ ਪਹਿਲਾਂ ਕਾਵ ਆਉਂਦਾ। ਤੇ ਕਾਵ ਆ ਜਿਹੜਾ ਉਹਦੇ ਵਿੱਚ ਸਾਹਿਤ ਆ, ਤੇ ਸਾਹਿਤ ਦੇ ਵਿੱਚ ਹੀ ਕਵਿਤਾ ਹੈ, ਸਾਹਿਤ ਦੇ ਵਿੱਚ ਹੀ ਨਾਟਕ ਆ, ਸਾਹਿਤ ਦੇ ਵਿੱਚ ਹੀ ਸਾਡੇ ਕੋਲ ਜਿਹੜਾ ਭਾਸ਼ਣ ਕਲਾ ਹੈ, ਉਹਦੇ ਵਿੱਚ ਹੀ ਜਿਹਨੂੰ ਕਿਹਾ ਜਾ ਸਕਦਾ ਕਿ ਸਾਹਿਤ ਦੀਆਂ ਬਾਕੀ ਵੰਨਗੀਆਂ ਆ ਜਾਂਦੀਆਂ। ਦੂਜੀ ਜਿਹੜੀ ਕੋਮਲ ਕਲਾ ਮੰਨੀ ਜਾਂਦੀ ਆ, ਉਹ ਮੰਨੀ ਜਾਂਦੀ ਆ ਰਾਗ। ਤਾਂ ਰਾਗ ਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ। ਇੱਕ ਉਹ ਰਾਗ ਜਿਹੜਾ ਗਲ ਦੇ ਵਿੱਚੋਂ ਪੈਦਾ ਕੀਤਾ ਜਾਂਦਾ, ਜਿਹਨੂੰ ਅਸੀਂ ਵੋਕਲ ਆਖਦੇ ਹਾਂ, ਤੇ ਦੂਸਰਾ ਉਹ ਕਿ ਜਿਹਨੂੰ ਅਸੀਂ ਸੰਗੀਤਕ ਆਖਦੇ ਹਾਂ, ਜਾਂ ਸਾਜ਼ਾਂ ਵਾਲਾ ਆਖਦੇ ਹਾਂ, ਜਾਂ ਇੰਸਟਰੂਮੈਂਟਲ ਆਖਦੇ ਹਾਂ। ਤਾਂ ਰਾਗ ਤੋਂ ਬਾਅਦ ਜਿਹੜੀ ਸਾਡੀ ਤੀਜੀ ਕੋਮਲ ਕਲਾ ਅਸੀਂ ਮੰਨਦੇ ਹਾਂ ਕਿ ਤੀਜੀ ਜਿਹੜੀ ਸਾਡੀ ਕੋਮਲ ਕਲਾ ਹੈ ਉਹ ਹੈਗੀ ਆ ਚਿੱਤਰਕਾਰੀ। ਚਿੱਤਰਕਾਰੀ ਤੋਂ ਬਾਅਦ ਜਿਹੜੇ ਅਸੀਂ ਕੋਮਲ ਕਲਾ ਮੰਨਦੇ ਹਾਂ ਉਹ ਮੰਨਦੇ ਹਾਂ ਬੁੱਤਕਾਰੀ। ਇਸ ਦੇ ਨਾਲ ਹੀ ਅਭਿਨੈ ਤੇ ਜਿਹੜਾ ਨਾਚ ਆ ਉਹ ਵੀ ਇੱਕ ਕੋਮਲ ਕਲਾ ਹੈ। ਬਾਅਦ ਦੇ ਵਿੱਚ ਕੁਝ ਵਿਦਵਾਨਾਂ ਨੇ ਇਸ ਦੀ ਗਿਣਤੀ ਆ ਜਿਹੜੀ 64 ਤੱਕ ਕੀਤੀ ਆ। ਖਾਸ ਕਰਕੇ ਲਲਿਤ ਵਿਸਤਾਰ ਵਿੱਚ ਇਹਦਾ ਜਿਹੜਾ ਜ਼ਿਕਰ ਆ ਉਹ 64 ਤੱਕ ਚਲਿਆ ਜਾਂਦਾ। ਔਰ ਉਸ ਤੋਂ ਬਾਅਦ ਅੱਜ ਕੱਲ੍ਹ ਤਾਂ ਇੰਨੀਆਂ ਇਹ ਕਲਾਵਾਂ ਇੱਕ ਦੂਸਰੇ ਵਿੱਚ ਮਿਸ਼ਰਤ ਹੋ ਗਈਆਂ, ਇੰਨੀਆਂ ਜ਼ਿਆਦਾ ਮਿਸ਼ਰਤ ਹੋ ਗਈਆਂ ਕਿ ਜਿਹੜਾ ਜਦੋਂ ਅਸੀਂ ਸਧਾਰਨ ਚੀਜ਼ ਆ ਜਿਹੜੀ ਅਕਸਰ ਅਸੀਂ ਟੈਲੀਵਿਜ਼ਨ 'ਤੇ ਵੇਖਦੇ ਹਾਂ ਕਿ ਜਿਹਨੂੰ ਅਸੀਂ ਗੀਤ ਵੀਡੀਓ ਕਹਿੰਦੇ ਹਾਂ, ਤਾਂ ਗੀਤ ਵੀਡੀਓ ਵਿੱਚ ਕਿੰਨੀਆਂ ਕਲਾਵਾਂ ਹੁੰਦੀਆਂ ਕਿ ਸਭ ਤੋਂ ਪਹਿਲਾਂ ਉਹਦੇ ਵਿੱਚ ਗੀਤ ਹੁੰਦਾ, ਕਵਿਤਾ ਹੁੰਦੀ ਆ, ਫਿਰ ਉਸ ਨੂੰ ਕੋਈ ਸੰਗੀਤਬੱਧ ਕਰਦਾ ਹੈਗਾ, ਫਿਰ ਉਸ ਦੇ ਵਿੱਚ ਸਾਜ਼ ਵੱਜਦੇ ਨੇ, ਫਿਰ ਉਸ ਗਾਉਣ ਤੋਂ ਅੱਗੇ ਗੱਲ ਚੱਲਦੀ ਆ। ਤਾਂ ਗਾਉਣ ਤੋਂ ਜਿਹੜੀ ਅੱਗੇ ਗੱਲ ਚੱਲਦੀ ਆ ਉੱਥੇ ਅਸੀਂ ਕਹਿੰਦੇ ਆ ਕਿ ਉਹਦਾ ਇੱਕ ਨਾਚ ਕੀਤਾ ਜਾਂਦਾ ਹੈ, ਇੱਕ ਅਭਿਨੈ ਕੀਤਾ ਜਾਂਦਾ ਹੈ। ਔਰ ਨਾਚ ਤੇ ਅਭਿਨੈ ਤੋਂ ਵੀ ਜਿਹੜੀ ਅਗਲੀ ਗੱਲ ਆ ਕਿ ਉਹ ਜਿੱਥੇ ਸ਼ੂਟਿੰਗ ਕੀਤੀ ਜਾਂਦੀ ਆ, ਬਾਹਰ ਕੀਤੀ ਜਾਂਦੀ ਆ, ਤਾਂ ਉਹ ਦ੍ਰਿਸ਼ ਅੱਛੇ ਲੱਭੇ ਜਾਂਦੇ ਆ। ਜੇ ਉਹ ਦ੍ਰਿਸ਼ ਨਹੀਂ ਅੱਛੇ ਲੱਭੇ ਜਾਂਦੇ ਤਾਂ ਪਿੱਛੇ ਉਹਦੇ ਚਿੱਤਰਕਾਰੀ ਕੀਤੀ ਜਾਂਦੀ ਆ, ਪੇਂਟਿੰਗ ਕੀਤੀ ਜਾਂਦੀ ਆ, ਗ੍ਰਾਫਿਕਸ ਬਣਾਏ ਜਾਂਦੇ ਆ। ਔਰ ਇਸੇ ਤਰ੍ਹਾਂ ਹੀ ਇਸ ਤੋਂ ਵੀ ਅੱਗੇ ਕਿ ਨਾਚ, ਅਭਿਨੈ, ਮੇਕਅਪ, ਵਸਤਰ ਕਲਾ, ਇਹ ਸਾਰਾ ਕੁਝ ਸ਼ਾਮਲ ਹੁੰਦਾ। ਤਾਂ ਸੋ ਜਿਹੜੀਆਂ ਕੋਮਲ ਕਲਾਵਾਂ ਉਹ ਇਸ ਕਰਕੇ ਵੀ ਕੋਮਲ ਮੰਨੀਆਂ ਜਾਂਦੀਆਂ ਕਿ ਮਨੁੱਖੀ ਭਾਵਨਾਵਾਂ ਨੂੰ ਟੁੰਬਦੀਆਂ, ਇਸ ਕਰਕੇ ਵੀ ਕੋਮਲ ਮੰਨੀਆਂ ਜਾਂਦੀਆਂ ਕਿ ਉਹ ਉਪਯੋਗੀ ਨਹੀਂ ਹੁੰਦੀਆਂ, ਉਹ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਸੰਤੁਸ਼ਟੀ ਦਿੰਦੀਆਂ। ਔਰ ਉਹਨਾਂ ਨੂੰ ਇਸ ਕਰਕੇ ਵੀ ਕੋਮਲ ਮੰਨਿਆ ਜਾਂਦਾ ਹੈ ਕਿ ਉਹ ਮਨੁੱਖ ਦੀਆਂ ਉਹਨਾਂ ਭਾਵਨਾਵਾਂ ਨੂੰ ਟੁੰਬਦੀਆਂ ਜਿਹੜੀਆਂ ਸਾਨੂੰ ਮਾਨਸਿਕ ਸੰਤੁਸ਼ਟੀ ਪ੍ਰਦਾਨ ਕਰਦੀਆਂ ਹੈਗੀਆਂ। ਤੇ ਕੋਮਲ ਇਸ ਕਰਕੇ ਵੀ ਹੁੰਦੀਆਂ ਕਿ ਜਿਹੜੀਆਂ ਅਤਿਅੰਤ ਕੋਮਲ ਜਿਹੜੀ ਕਾਵ ਕਲਾ ਉਹਦੇ ਵਿੱਚ ਸਿਰਫ ਮਨੁੱਖੀ ਸਰੀਰ ਹੀ ਵਰਤਿਆ ਜਾਂਦਾ, ਮਨੁੱਖੀ ਸਰੀਰ ਹੀ ਯੰਤਰ ਵਾਂਗ ਵਰਤਿਆ ਜਾਂਦਾ, ਤੇ ਮਨੁੱਖੀ ਸਰੀਰ ਦਾ ਵੀ ਸਿਰਫ ਜਿਹੜਾ ਉੱਪਰਲਾ ਭਾਗ ਆ, ਦਿਮਾਗ ਤੇ ਗਲ, ਉਹੀ ਵਰਤਿਆ ਜਾਂਦਾ। ਉਚਾਰਨ ਅੰਗਾਂ ਰਾਹੀਂ ਧੁਨੀਆਂ ਪੈਦਾ ਹੁੰਦੀਆਂ ਤੇ ਉੱਪਰੋਂ ਜਿਹੜਾ ਦਿਮਾਗ ਆ ਉਹ ਨਿਰਦੇਸ਼ ਦਿੰਦਾ। ਤੇ ਇਸ ਤਰ੍ਹਾਂ ਇਹ ਕੋਮਲ ਕਲਾਵਾਂ ਇਹ ਇਸ ਪ੍ਰਸੰਗ ਦੇ ਵਿੱਚ ਕੋਮਲ ਕਲਾਵਾਂ। ਤੇ ਜਿਹੜੀ ਕੋਮਲ ਕਲਾ ਬਾਰੇ ਅਸੀਂ ਗੱਲ ਕਰਨੀ ਆ, ਸਾਹਿਤ ਦੀਆਂ ਕੋਮਲ ਕਲਾਵਾਂ ਬਾਰੇ ਗੱਲ ਕਰਨੀ ਆ, ਤਾਂ ਉਹਦੇ ਵਿੱਚ ਅਸੀਂ ਇਹ ਸਾਰੇ ਕਾਸੇ ਦੀ ਤਿਆਰੀ ਕਿਵੇਂ ਕਰਨੀ ਆ, ਇਸ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਉਸ ਦਾ ਜਿਹੜਾ ਪਹਿਲਾ ਪੜਾਅ ਹੈ ਸਾਡੇ ਸਾਹਮਣੇ ਆਉਂਦਾ ਹੈ ਕਿ ਕੋਈ ਵੀ ਕਲਾ ਸਿੱਖਣੀ ਹੋਵੇ ਤਾਂ ਉਸ ਕਲਾ ਸਿੱਖਣ ਦਾ ਸਭ ਤੋਂ ਅੱਛਾ ਨਮੂਨਾ ਕੀ ਆ? ਉਹ ਅੱਛਾ ਨਮੂਨਾ ਇਹ ਆ ਕਿ ਉਸ ਕੋਮਲ ਕਲਾ ਦੇ ਲਈ ਅਸੀਂ ਉਸ ਖਿੱਤੇ ਦੇ, ਉਸ ਖੇਤਰ ਦੇ ਜਿਹੜੇ ਮਾਹਰ ਲੋਕ ਨੇ, ਉਸ ਖੇਤਰ ਦੇ ਜਿਹੜੇ ਧੁਰੰਤਰ ਕਲਾਕਾਰ ਨੇ, ਉਹਨਾਂ ਨੂੰ ਸੁਣੀਏ, ਉਹਨਾਂ ਨੂੰ ਵੇਖੀਏ, ਉਹਨਾਂ ਨੂੰ ਪੜ੍ਹੀਏ। ਪਹਿਲੀ ਹਾਲਤ ਦੇ ਵਿੱਚ ਤਾਂ ਬਹੁਤ ਮੁਸ਼ਕਲ ਸੀ ਕਿ ਅਸੀਂ ਕਿਸੇ ਵੱਡੇ ਗਵਈਏ ਨੂੰ ਸੁਣਨਾ ਹੈ, ਕਿਵੇਂ ਸੁਣੀਏ? ਅਸੀਂ ਕਿਸੇ ਵੱਡੇ ਸਰੋਤੇ ਨੂੰ ਸੁਣਨਾ ਹੈ ਜਿਹੜਾ ਇੱਕ ਵੱਡਾ ਬੁਲਾਰਾ ਹੈ, ਅਸੀਂ ਉਹਦੇ ਇੱਕ ਚੰਗੇ ਸਰੋਤੇ ਕਿਵੇਂ ਬਣੀਏ? ਅਸੀਂ ਕਿਵੇਂ ਜਾ ਕੇ ਉਹਨੂੰ ਸੁਣ ਸਕਦੇ ਸੀ? ਪਹਿਲਾਂ ਇਹ ਬਹੁਤ ਮੁਸ਼ਕਲ ਸੀ। ਕਚਹਿਰੀਆਂ ਦੇ ਵਿੱਚ ਬਹਿਸ ਹੁੰਦੀ ਆ, ਅਸੀਂ ਕਚਹਿਰੀਆਂ ਵਿੱਚ ਕਿਵੇਂ ਜਾ ਕੇ ਬਹਿਸ ਦੇਖ ਸਕਦੇ ਸੀ? ਪਰ ਅੱਜ ਇੰਟਰਨੈਟ ਦੇ ਜ਼ਮਾਨੇ 'ਚ, ਟੈਲੀਵਿਜ਼ਨ ਦੇ ਜ਼ਮਾਨੇ 'ਚ, YouTube ਦੇ ਜ਼ਮਾਨੇ 'ਚ, ਫੇਸਬੁੱਕ ਦੇ ਜ਼ਮਾਨੇ ਵਿੱਚ ਤੁਸੀਂ ਦੁਨੀਆ ਦੇ ਜਿਹੜੇ ਉੱਘੇ ਕਵੀ ਨੇ ਉਹਨਾਂ ਨੂੰ ਘਰ ਬੈਠ ਕੇ ਸੁਣ ਸਕਦੇ ਆ। ਇਸੇ ਤਰ੍ਹਾਂ ਜਿਹੜੇ ਬਹੁਤ ਅੱਛੇ ਬੁਲਾਰੇ ਨੇ ਉਹਨਾਂ ਬੁਲਾਰਿਆਂ ਨੂੰ ਤੁਸੀਂ ਘਰ ਬੈਠ ਕੇ ਸੁਣ ਸਕਦੇ ਹੋ। ਤੁਸੀਂ ਅਕਸਰ ਵੇਖਦੇ ਆ ਕਿ ਚਲੋ ਨੇਤਾ ਜਿਹੜੇ ਲੋਕ ਹੁੰਦੇ ਆ ਉਹ ਭਾਸ਼ਣ ਕਲਾ ਦੇ ਵਿੱਚ ਮਾਹਰ ਹੁੰਦੇ ਆ, ਅਤੇ ਉਹਨਾਂ ਦੇ ਜਿਹੜੇ ਭਾਸ਼ਣਾਂ ਨੂੰ ਤੁਸੀਂ ਘਰ ਬੈਠੇ ਹੀ ਸੁਣ ਸਕਦੇ ਆ ਜਾਂ ਸੁਣਦੇ ਆ। ਉਹਨਾਂ ਦੀਆਂ ਜਿਹੜੀਆਂ ਬਹਿਸਾਂ ਉਹ ਤੁਸੀਂ ਟੈਲੀਵਿਜ਼ਨ 'ਤੇ, ਰਾਜ ਸਭਾ ਚੈਨਲ 'ਤੇ ਜਾਂ ਲੋਕ ਸਭਾ ਚੈਨਲ 'ਤੇ ਅਕਸਰ ਵੇਖ ਸਕਦੇ ਆ। ਸੋ ਪਹਿਲੀ ਗੱਲ ਕਿ ਜਿਹੜਾ ਵੀ ਵਿਦਿਆਰਥੀ
ਜਿਹੜਾ ਵੀ ਵਿਦਿਆਰਥੀ, ਕਿ ਮੈਂ ਤਾਂ ਕਹਿੰਦਾ ਹਰ ਵਿਦਿਆਰਥੀ, ਕਿ ਜੇ ਉਸ ਨੂੰ ਇਹ ਚੰਗਾ ਲੱਗਦਾ ਹੈ ਕਿ ਉਹਨੇ ਕਿਸੇ ਦਿਨ ਚੰਗਾ ਬੁਲਾਰਾ ਬਣਨਾ ਹੈ, ਚੰਗਾ ਉਚਾਰ ਕਰਨ ਵਾਲਾ ਬਣਨਾ ਹੈ, ਜੇ ਉਸਨੇ ਕਿਹਾ ਜਾ ਸਕਦਾ ਹੈ ਕਿ ਉਹਨੇ ਚੰਗਾ ਡਿਬੇਟਰ ਬਣਨਾ ਹੈ, ਚੰਗਾ ਭਾਸ਼ਣਕਾਰ ਬਣਨਾ ਹੈ, ਤਾਂ ਉਹਦੇ ਲਈ ਜ਼ਰੂਰੀ ਆ ਕਿ ਉਹ ਦੂਸਰਿਆਂ ਦੇ ਭਾਸ਼ਣ ਸੁਣੇ, ਦੂਸਰੇ ਦੀ ਕਵਿਤਾ ਸੁਣੇ, ਚੰਗਾ ਸਰੋਤਾ ਬਣੇ, ਚੰਗਾ ਪਾਠਕ ਬਣੇ, ਚੰਗਾ ਉਹ ਦਰਸ਼ਕ ਬਣੇ। ਤਾਂ ਇਹਦੇ ਨਾਲ ਕੀ ਆ ਕਿ ਅਚੇਤੇ ਹੀ ਤੁਹਾਡੇ ਵਿੱਚ ਉਹ ਗੁਣ ਆਉਣੇ ਸ਼ੁਰੂ ਹੋ ਜਾਂਦੇ ਆ। ਤੁਸੀਂ ਨਕਲ ਦੀ ਪ੍ਰਕਿਰਿਆ ਰਾਹੀਂ, ਅਨੁਕਰਨ ਦੀ ਪ੍ਰਕਿਰਿਆ ਰਾਹੀਂ ਉਹਨਾਂ ਨੂੰ ਸਿੱਖਦੇ ਆ। ਤਾਂ ਇਹ ਇੱਕ ਪੜਾਅ ਹੈ। ਜਿਹੜਾ ਦੂਜਾ ਪੜਾਅ ਹੈ, ਉਹ ਦੂਜਾ ਪੜਾਅ ਇਹ ਹੈ ਕਿ ਬਹੁਤ ਸਾਰਾ ਜਿਹੜਾ ਗਿਆਨ ਆ, ਉਹ ਜਿੰਨਾ ਚਿਰ ਤੁਹਾਡੇ ਕੋਲੇ ਆਮ ਗਿਆਨ ਨਹੀਂ ਆ, ਤਾਂ ਓਨੀ ਦੇਰ ਤੁਸੀਂ ਕਿਸੇ ਵੀ ਖੇਤਰ ਵਿੱਚ ਕਾਮਯਾਬ ਨਹੀਂ ਹੋ ਸਕਦੇ। ਤਾਂ ਉਹ ਆਮ ਗਿਆਨ ਗ੍ਰਹਿਣ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਆ, ਕਿ ਆਮ ਗਿਆਨ ਗ੍ਰਹਿਣ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਆ? ਤਾਂ ਆਮ ਗਿਆਨ ਗ੍ਰਹਿਣ ਕਰਨ ਲਈ ਜਿਸ ਚੀਜ਼ ਦੀ ਸਭ ਤੋਂ ਵੱਧ ਜ਼ਰੂਰਤ ਹੈਗੀ ਆ, ਉਹ ਸਾਡੇ ਲਈ ਇਹ ਜ਼ਰੂਰੀ ਆ ਕਿ ਅਸੀਂ ਪੁਸਤਕਾਂ ਨੂੰ ਪੜ੍ਹੀਏ। ਤਾਂ ਪੁਸਤਕਾਂ ਕੀ, ਸ਼ੁਰੂਆਤ ਕਿੱਥੋਂ ਕੀਤੀ ਜਾ ਸਕਦੀ ਆ ਕਿ ਅਸੀਂ ਵੱਡੇ ਲੋਕਾਂ ਦੀਆਂ ਜੀਵਨੀਆਂ ਪੜ੍ਹੀਏ, ਸਵੈ ਜੀਵਨੀਆਂ ਪੜ੍ਹੀਏ। ਵੱਡੇ ਲੋਕਾਂ ਤੋਂ ਭਾਵ ਕੇਵਲ ਨੇਤਾ ਨਹੀਂ, ਖਿਡਾਰੀ, ਕੇਵਲ ਖਿਡਾਰੀ ਨਹੀਂ, ਕਵੀ, ਕੇਵਲ ਕਵੀ ਨਹੀਂ, ਗਾਇਕ, ਉਹਨਾਂ ਦੀਆਂ ਸਵੈ ਜੀਵਨੀਆਂ ਨੂੰ ਪੜ੍ਹੀਏ, ਸਫ਼ਰਨਾਮਿਆਂ ਨੂੰ ਪੜ੍ਹੀਏ। ਤਾਂ ਸਾਡੇ ਦੇ ਕੋਲ ਬਹੁਤ ਸਾਰਾ ਉਹਨਾਂ ਦੀ ਜ਼ਿੰਦਗੀ ਦਾ, ਵੇਖੋ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਕਿ ਤੁਸੀਂ ਗਿਆਨਵਾਨ ਤਾਂ ਹੀ ਹੋ ਸਕਦੇ ਜੇ ਤੁਹਾਡਾ ਤਜਰਬਾ ਵਧੇਰੇ, ਪਰ ਤਜਰਬਾ ਜਿਹੜਾ ਉਹ ਉਮਰ ਨਾਲ ਆਉਣਾ ਹੈ। ਅਤੇ ਜਿੰਨੀ ਦੇਰ ਤੁਹਾਡੀ ਉਹ ਉਮਰ ਨਹੀਂ ਹੁੰਦੀ ਕਿ ਉਸ ਤਜਰਬੇ ਤੱਕ ਪੁੱਜ ਜਾਓ, ਤਾਂ ਤੁਸੀਂ ਫਿਰ ਉਹ ਗਿਆਨ ਕਿਵੇਂ ਗ੍ਰਹਿਣ ਕਰ ਸਕਦੇ ਆ? ਤਾਂ ਉਹ ਗਿਆਨ ਗ੍ਰਹਿਣ ਕਰ ਸਕਦੇ ਆ ਤੁਸੀਂ ਦੂਸਰਿਆਂ ਦੇ ਅਨੁਭਵ ਤੋਂ ਫਾਇਦਾ ਉਠਾ ਕੇ। ਅਤੇ ਦੂਸਰਿਆਂ ਦੇ ਅਨੁਭਵ ਤੋਂ ਫਾਇਦਾ ਉਠਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਆ ਕਿ ਤੁਸੀਂ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਹੈ, ਉਹਨਾਂ ਦੀਆਂ ਲਿਖਤਾਂ ਨੂੰ ਤੁਸੀਂ ਪੜ੍ਹੋ। ਉਹਨਾਂ ਦੀਆਂ ਲਿਖਤਾਂ ਨੂੰ ਜੇ ਤੁਸੀਂ ਪੜ੍ਹੋਗੇ ਤਾਂ ਉਹਦੇ ਨਾਲ ਤੁਸੀਂ ਗਿਆਨ ਗ੍ਰਹਿਣ ਕਰ ਲਓਗੇ। ਜੇ ਤੁਸੀਂ ਉਹਨਾਂ ਦੀਆਂ ਕਲਾ ਕਿਰਤਾਂ ਨੂੰ ਵਾਰ-ਵਾਰ ਮਾਣੋਗੇ ਤਾਂ ਤੁਸੀਂ ਉਹਨੂੰ ਜਾਣ ਜਾਓਗੇ। ਹੁਣ ਅਗਲਾ ਪੜਾਅ ਆਉਂਦਾ ਹੈ, ਅਤੇ ਜਿਹੜਾ ਅਗਲਾ ਪੜਾਅ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਤੁਰੰਤ ਕਿਸੇ ਪੇਸ਼ਕਾਰੀ ਲਈ ਜਾਣਾ ਹੈ, ਚਾਹੇ ਭਾਸ਼ਣ ਲਈ ਜਾਣਾ ਹੈ, ਚਾਹੇ ਤੁਸੀਂ ਕਾਵ ਉਚਾਰਨ ਲਈ ਜਾਣਾ ਹੈ, ਚਾਹੇ ਤੁਸੀਂ ਵਾਦ ਵਿਵਾਦ ਲਈ ਜਾਣਾ, ਉਦੋਂ ਤੁਹਾਡੀ ਤਿਆਰੀ ਕਿਹੋ ਜਿਹੀ ਹੋਵੇ? ਤਾਂ ਉਸ ਤਿਆਰੀ ਦੇ ਲਈ ਜਿਹੜੀ ਸਭ ਤੋਂ ਵੱਧ ਜ਼ਰੂਰੀ ਚੀਜ਼ ਹੈਗੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਤਤਕਾਲੀ ਤਿਆਰੀ। ਇਹ ਤਾਂ ਲੰਮੇ ਦਾਅ ਦੀ ਤਿਆਰੀ ਹੋ ਗਈ ਨਾ। ਜਿਹੜੀ ਤਤਕਾਲੀ ਤਿਆਰੀ ਕੀ ਹੋਣੀ ਚਾਹੀਦੀ ਹੈ? ਤਾਂ ਤਤਕਾਲੀ ਤਿਆਰੀ ਦੇ ਲਈ ਜ਼ਰੂਰੀ ਆ ਕਿ ਤੁਸੀਂ ਆਪਣੇ ਵਿਸ਼ੇ ਨਾਲ ਸੰਬੰਧਿਤ ਪੜ੍ਹੋ। ਵਿਸ਼ੇ ਨਾਲ ਸੰਬੰਧਿਤ ਇਹ ਕਿ ਮੰਨ ਲਓ ਤੁਸੀਂ ਭਾਸ਼ਣ ਜਾਂ ਡਿਬੇਟ ਦੇ ਲਈ ਜਾਣਾ ਹੈ, ਜਦੋਂ ਤੁਸੀਂ ਭਾਸ਼ਣ ਜਾਂ ਵਾਦ ਵਿਵਾਦ ਪ੍ਰਤੀਯੋਗਤਾ ਲਈ ਜਾਣਾ ਹੈ, ਤਾਂ ਜ਼ਰੂਰੀ ਬਣ ਜਾਂਦਾ ਹੈ ਕਿ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਉਸ ਟੌਪਿਕ ਨਾਲ ਸੰਬੰਧਿਤ ਚੀਜ਼ਾਂ ਪੜ੍ਹੋ। ਤਾਂ ਉਹਦੇ ਲਈ ਇੱਕ ਆਮ ਜਿਹਾ ਅੱਜ ਕੱਲ੍ਹ ਰਵੱਈਆ ਬਣਿਆ ਹੋਇਆ ਹੈ। ਚਾਹੀਦਾ ਤਾਂ ਹੈ ਕਿ ਜਿਹਾ ਗਿਆਨ ਅਸੀਂ ਪ੍ਰਮਾਣਿਕ, ਅਥੈਂਟਿਕ ਪੁਸਤਕਾਂ ਤੋਂ ਪ੍ਰਾਪਤ ਕਰੀਏ, ਪਰ ਇੱਕ ਆਮ ਜੀ ਗੱਲ ਬਣੀ ਹੋਈ ਆ ਕਿ ਗੂਗਲ ਕਰ ਲਵੋ। ਹਾਂ, ਬਿਲਕੁਲ ਸੌਖਾ ਸਾਧਨ ਆ, ਹਰ ਸਰੋਤ ਤੱਕ ਸਾਨੂੰ ਪਹੁੰਚਾ ਦਿੰਦਾ ਹੈ, ਗੂਗਲ ਕਰ ਲਵੋ। ਪਰ ਗੂਗਲ ਕਰਨ ਲੱਗਿਆਂ ਇੱਕ ਗੱਲ ਦਾ ਧਿਆਨ ਰੱਖੋ ਕਿ ਗੂਗਲ ਕਰਦਿਆਂ ਉਹ ਜਾਣਕਾਰੀ ਹੀ ਪ੍ਰਮਾਣਿਕ ਮੰਨੋ, ਅਥੈਂਟਿਕ ਮੰਨੋ, ਜਿਹੜੀ ਜਾਂ ਵਿਕੀਪੀਡੀਏ 'ਤੇ ਆ, ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਪੀਡੀਏ 'ਤੇ ਆ, ਜਾਂ ਐਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ 'ਤੇ ਆ, ਜਾਂ ਸਰਕਾਰੀ ਵੈਬਸਾਈਟਸ 'ਤੇ ਆ, ਜਾਂ ਕਿਸੇ ਵੀ ਵੱਡੀ ਕੰਪਨੀ ਜਿਹੜੀ ਰਜਿਸਟਰਡ ਕੰਪਨੀ ਹੋਵੇ ਉਸ ਦੀ ਅਧਿਕਾਰਤ ਵੈਬਸਾਈਟ ਦੇ ਉੱਤੇ ਜਿਹੜੀ ਜਾਣਕਾਰੀ ਆ ਉਸ ਨੂੰ ਹੀ ਪ੍ਰਮਾਣਿਕ ਅਤੇ ਅਥੈਂਟਿਕ ਮੰਨੋ। ਉਹਦਾ ਕਾਰਨ ਇਹ ਹੈਗਾ ਕਿ ਇਸ ਸਮੇਂ ਬਹੁਤ ਵੱਡੀ ਕਾਫੀ ਜਾਣਕਾਰੀ ਅਜਿਹੀ ਫਿਰਦੀ ਆ ਕਿ ਜਿਹਨੂੰ ਅਸੀਂ ਕਹਿੰਦੇ ਆ ਕਿ ਉਹ ਸੂਡੋ ਨੌਲੇਜ ਆ, ਫੇਕ ਨਿਊਜ਼ ਨੇ। ਸੂਡੋ ਨੌਲੇਜ, ਫੇਕ ਨਿਊਜ਼, ਇਸ ਤੋਂ ਬਚਣ ਦੀ ਜ਼ਰੂਰਤ ਆ। ਅਜਿਹੀ ਕਿ ਤੁਸੀਂ ਜਿਹੜੀ ਕੋਈ ਚੀਜ਼ ਆ ਉਹਦੇ ਅੜਿੱਕੇ ਨਾ ਆ ਜਾਓ, ਤੇ ਸਾਰਾ ਤੁਹਾਡਾ ਕੀਤਾ ਕਰਾਇਆ ਹੀ ਗੁੜ ਗੋਬਰ ਹੋ ਜੂਗਾ। ਹੁਣ ਅਗਲੀ ਜਿਹੜੀ ਗੱਲ ਹੈਗੀ ਹੈ ਕਿ ਤੁਸੀਂ ਤੁਰੰਤ ਤਿਆਰੀ ਵੀ ਕਰ ਲਈ, ਅਤੇ ਤੁਰੰਤ ਤਿਆਰੀ ਜਿਹੜੀ ਤੁਸੀਂ ਕਰਨੀ ਆ
ਉਹਦੇ ਲਈ ਇਹ ਕਿ ਆਮ ਕਰਕੇ ਜਿਹੜੇ ਇਹ ਟੌਪਿਕ ਨੇ ਜਾਂ ਵਿਸ਼ੇ ਨੇ ਉਹ ਤੁਹਾਨੂੰ ਕੁਝ ਸਮਾਂ ਪਹਿਲਾਂ ਪ੍ਰਾਪਤ ਹੋ ਜਾਂਦੇ ਆ, ਤੇ ਜਿਹੜੇ ਤੁਹਾਨੂੰ ਪਹਿਲਾਂ ਪ੍ਰਾਪਤ ਹੋ ਜਾਂਦੇ ਆ ਉਹਨਾਂ ਦੀ ਵਰਤੋਂ ਕਿਵੇਂ ਕਰਨੀ ਆ। ਤਾਂ ਉਹਦੇ ਲਈ ਇੱਕ ਤਰੀਕਾ ਤਾਂ ਪੁਸਤਕਾਂ ਪੜ੍ਹਨ ਦਾ, ਸੰਬੰਧਿਤ ਜਾਣਕਾਰੀ ਗ੍ਰਹਿਣ ਕਰਨ ਦਾ। ਦੂਜਾ ਮੈਂ ਇੱਕ ਗੱਲ ਕਹਿਣਾ ਹੈ ਕਿ ਜਿਹੜੇ ਤੁਹਾਡੇ ਸੀਨੀਅਰ ਨੇ, ਤੁਹਾਡੇ ਜਿਹੜੇ ਦੋਸਤ ਨੇ, ਉਹਨਾਂ ਤੋਂ ਵੀ ਤੁਸੀਂ ਉਸ ਖੇਤਰ ਦੇ ਮਾਹਰਾਂ ਨਾਲ ਗੱਲਬਾਤ ਕਰਕੇ ਵੀ ਗਿਆਨ ਗ੍ਰਹਿਣ ਕਰ ਸਕਦੇ ਆ। ਸਾਰਾ ਜਿਹੜਾ ਗਿਆਨ ਆ ਉਹ ਪੁਸਤਕਾਂ ਵਿੱਚ ਨਹੀਂ ਹੁੰਦਾ। ਬਹੁਤ ਵਾਰੀ ਜਿਹੜਾ ਗਿਆਨ ਆ ਉਹ ਤੁਸੀਂ ਦੋਸਤਾਂ ਮਿੱਤਰਾਂ ਤੋਂ, ਆਪਣੇ ਕਲੀਗਸ ਤੋਂ, ਆਪਣੇ ਦੋਸਤਾਂ ਤੋਂ ਤੇ ਆਪਣੇ ਮਾਹਰਾਂ ਤੋਂ ਤੇ ਸਿਆਣੇ ਆਦਮੀਆਂ ਤੋਂ ਵੀ ਪ੍ਰਾਪਤ ਕਰ ਸਕਦੇ ਆ। ਜਿਹੜੇ ਸਾਡੇ ਲੀਡਰ ਲੋਕ ਆ ਬਹੁਤੀਆਂ ਕਿਤਾਬਾਂ ਨਹੀਂ ਪੜ੍ਹਦੇਗੇ, ਪਰ ਇਹ ਬੰਦੇ ਪੜ੍ਹਦੇ ਆ। ਬੰਦੇ ਪੜ੍ਹਨਾ ਵੀ ਵੱਡੀ ਗੱਲ ਹੈ। ਮੈਂ ਤਾਂ ਕਹਿੰਦਾ ਕਿ ਆਮ ਆਦਮੀ ਵੀ ਤੁਹਾਨੂੰ ਬਹੁਤ ਵਾਰੀ ਬਹੁਤ ਮਹੱਤਵਪੂਰਨ ਟਿਪ ਦੇ ਦਿੰਦਾ ਹੈ, ਬਹੁਤ ਮਹੱਤਵਪੂਰਨ ਉਹ ਗੱਲਾਂ ਦੱਸ ਦਿੰਦਾ ਹੈ ਕਿ ਜਿਹੜੀਆਂ ਗੱਲਾਂ ਤੁਹਾਨੂੰ ਕਿਤਾਬਾਂ 'ਚ ਵੀ ਨਹੀਂ ਮਿਲਦੀਆਂ। ਜੋ ਤੁਸੀਂ ਆਮ ਆਦਮੀ ਨਾਲ ਗੱਲ ਕਰਦੇ ਆ ਤਾਂ ਆਮ ਆਦਮੀ ਸਾਨੂੰ 2-3 ਚੀਜ਼ਾਂ ਬੜੀਆਂ ਮਹੱਤਵਪੂਰਨ ਦੱਸ ਦਿੰਦਾ। ਉਹਦੇ ਕੋਲ ਵਿਸ਼ੇਸ਼ ਗਿਆਨ ਹੋਵੇ ਨਾ ਹੋਵੇ, ਪਰ ਉਹਦੇ ਕੋਲ ਉਸ ਮਸਲੇ ਦੇ ਪ੍ਰਤੀ ਇੱਕ ਸੰਵੇਦਨਾ ਹੁੰਦੀ ਆ। ਉਸ ਸੰਵੇਦਨਾ ਨੂੰ ਤੁਸੀਂ ਸਮਝ ਸਕਦੇ ਆ, ਉਸ ਦੀ ਵੇਦਨਾ ਨੂੰ ਸਮਝ ਸਕਦੇ ਆ, ਜਿਹੜੀ ਕੋਈ ਘੱਟ ਮਹੱਤਵਪੂਰਨ ਨਹੀਂ ਹੁੰਦੀ। ਤਾਂ ਇਹ ਜਿਹੜੀ ਪੂਰਵ ਤਿਆਰੀ ਆ, ਇਹ ਪੂਰਵ ਤਿਆਰੀ ਦੇ ਵਿੱਚ 2-3 ਹੁਣ ਮੈਂ ਉਹਨਾਂ ਨੁਕਤਿਆਂ ਵੱਲ ਆਉਣਾ ਕਿ ਜਦੋਂ ਤਿਆਰੀ ਕਰਦੇ ਆ ਵਿਦਿਆਰਥੀ ਜਾਂ ਅਧਿਆਪਕ ਉਹਨਾਂ ਦੇ ਤਿਆਰੀ ਕਰਾਉਂਦੇ ਆ ਤਾਂ ਉਦੋਂ ਕੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਇੱਕ ਇਹ ਹੈ ਕਿ ਅਸੀਂ ਬਹੁਤ ਵਾਰ ਭਾਸ਼ਣਾਂ ਦਾ ਇੱਕ ਟੌਪਿਕ ਬਣਾ ਲੈਂਦੇ ਆ, ਲਿਖ ਲੈਂਦੇ ਆ ਜਾਂ ਲਿਖਵਾ ਲੈਂਦੇ ਆ, ਬਾਅਦ ਦੇ ਵਿੱਚ ਉਹਨੂੰ ਵਿਦਿਆਰਥੀ ਯਾਦ ਕਰਦਾ। ਬਹੁਤ ਵਾਰੀ ਵਿਦਿਆਰਥੀ ਜਦੋਂ ਯਾਦ ਕਰਦਾ, ਵਿਦਿਆਰਥੀ ਯਾਦ ਤਾਂ ਕਰ ਲੈਂਦਾ ਪਰ ਜਦੋਂ ਸਟੇਜ 'ਤੇ ਪਹੁੰਚਦਾ ਉਦੋਂ ਭੁੱਲ ਜਾਂਦਾ। ਤਾਂ ਉਹਦੇ ਲਈ ਇਹ ਕਿ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਨਾ ਕੇਵਲ ਚੰਗੀ ਤਰ੍ਹਾਂ ਯਾਦ ਹੀ ਕਰੇ, ਸਗੋਂ ਉਹਦਾ ਹੱਥ ਨਾਲ ਖੁਦ ਦਾ ਤਿਆਰ ਕੀਤਾ ਜਿਹੜਾ ਲਿਖਤੀ ਰੂਪ ਆ ਉਹਨੂੰ ਵਾਰ-ਵਾਰ ਅੱਖਾਂ ਸਾਹਮਣੇ ਰੱਖੇ। ਕਿਉਂਕਿ ਇਸ ਦੇ ਨਾਲ ਕੀ ਹੁੰਦਾ ਹੈ ਕਿ ਉਹ ਇਹ ਸਿਰਫ ਜਿਹੜੀ ਸਾਡੀ ਮੈਮਰੀ ਆ ਉਹ ਜਿਹੜੀ ਅਮੂਰਤ ਯਾਦਾਂ ਨੂੰ ਹੀ ਨਹੀਂ, ਜਿਹੜਾ ਸਮੂਰਤ ਚੀਜ਼ ਦਿਖਦੀ ਰਹਿੰਦੀ ਆ ਉਸ ਨੂੰ ਵੀ ਯਾਦ ਕਰਦੀ ਹੈ। ਤਾਂ ਦੂਸਰਾ ਜਿਹੜਾ ਇਹਦੇ ਵਿੱਚ ਵੱਡਾ ਨੁਕਤਾ ਆਉਂਦਾ ਹੈ ਕਿ ਤੁਸੀਂ ਪਹਿਲਾਂ ਜਿਹੜੀ ਆਪ ਤਿਆਰੀ ਕਰ ਰਹੇ ਹੋ ਉਸ ਤਿਆਰੀ ਨੂੰ ਪਰਖਣ ਦੇ ਲਈ ਇੱਕ ਇਹ ਵੀ ਤੁਹਾਡਾ ਤਰੀਕਾ ਹੋ ਸਕਦਾ ਜਾਂ ਢੰਗ ਹੋ ਸਕਦਾ। ਪੁਰਾਣੇ ਜਿਹੜੇ ਉਸਤਾਦ ਆ ਉਹ ਤਾਂ ਕਹਿੰਦੇ ਸੀਗੇ ਸ਼ੀਸ਼ੇ ਮੂਹਰੇ ਖੜ੍ਹ ਕੇ ਭਾਸ਼ਣ ਕਰੋ। ਹੁਣ ਸ਼ੀਸ਼ੇ ਮੂਹਰੇ ਭਾਸ਼ਣ ਕਰਨ ਦੀ ਵੀ ਜ਼ਰੂਰਤ ਨਹੀਂ ਗੀ। ਸਟੈਂਡ ਦੇ ਉੱਤੇ ਆਪਣਾ ਮੋਬਾਈਲ ਫੋਨ ਕੱਢੋ ਅਤੇ ਆਪਣੇ ਭਾਸ਼ਣ ਨੂੰ ਖੁਦ ਪਹਿਲਾਂ ਰਿਕਾਰਡ ਕਰਕੇ ਸੁਣੋ ਕਿ ਤੁਹਾਡਾ ਕਿੱਥੇ ਕਿਹੜਾ ਉਚਾਰਨ ਥਿੜਕਦਾ, ਕਦੋਂ ਤੁਹਾਡਾ ਵਾਕ ਪੂਰਾ ਨਹੀਂ ਬਣਦਾ, ਕਦੋਂ ਤੁਸੀਂ ਫੰਬਲ ਮਾਰ ਜਾਂਦੇ ਆ, ਕਦੋਂ ਤੁਸੀਂ ਮੂੰਹ 'ਤੇ ਹੱਥ ਮਾਰਨ ਲੱਗ ਪੈਂਦੇ ਆ। ਇਹ ਚੀਜ਼ ਵੀ ਤੁਹਾਨੂੰ ਵੇਖਣੀ ਪਵੇਗੀ ਕਿ ਤੁਸੀਂ ਕਿਹੜੀਆਂ ਗਲਤੀਆਂ ਕਰਦੇ ਆ, ਉਹਨਾਂ ਗਲਤੀਆਂ ਨੂੰ ਤੁਸੀਂ ਦੁਬਾਰਾ ਸੁਧਾਰ ਸਕਦੇ ਆ। ਤਾਂ ਇਹ ਕੁਝ ਨੁਕਤੇ ਸੀ ਕਿ ਤੁਸੀਂ ਜਦੋਂ ਸਟੇਜ 'ਤੇ ਜਾਣਾ ਤਾਂ ਉਹਦੀ ਇੱਕ ਹੋਰ ਪੂਰਵ ਤਿਆਰੀ ਵੀ ਹੁੰਦੀ ਆ। ਉਹ ਜਿਹੜੀ ਪੂਰਵ ਤਿਆਰੀ ਆ, ਗੁਰਸੇਵਕ ਜੀ ਤੁਹਾਡਾ ਮਾਈਕ ਔਨ ਹੋ ਗਿਆ। ਹੈਲੋ, ਹਾਂ, ਜਿਹੜਾ ਅਗਲੀ ਅਸੀਂ ਮਹੱਤਵਪੂਰਨ ਗੱਲ ਕਹਿਣੀ ਚਾਹੁੰਦੇ ਹਾਂ ਇਹ ਕਹਿਣੀ ਚਾਹੁੰਦੇ ਹਾਂ ਕਿ ਜਦੋਂ ਵਿਦਿਆਰਥੀ ਨੇ ਸਟੇਜ 'ਤੇ ਜਾਣਾ ਤਾਂ ਉਹਦੀ ਵੀ ਇੱਕ ਤਿਆਰੀ ਹੁੰਦੀ ਹੈ। ਜਦੋਂ ਵਿਦਿਆਰਥੀ ਨੇ ਸਟੇਜ 'ਤੇ ਜਾਣਾ ਤਾਂ ਉਸ ਦੀ ਤਿਆਰੀ ਦੇ ਵਿੱਚ ਇੱਕ ਉਹਦੀ ਅਸੀਂ ਕਹਿੰਦੇ ਹਾਂ ਕਿ ਕੋਈ ਬੰਦਾ ਕਿਵੇਂ ਪਛਾਣਿਆ ਜਾਂਦਾ। ਅਸੀਂ ਕਹਿੰਦੇ ਹਾਂ ਕਿ ਉਹ ਦਸਤਾਰ ਨਾਲ ਪਛਾਣਿਆ ਜਾਂਦਾ, ਰਫਤਾਰ ਨਾਲ ਪਛਾਣਿਆ ਜਾਂਦਾ, ਗੁਫਤਾਰ ਨਾਲ ਪਛਾਣਿਆ ਜਾਂਦਾ। ਦਸਤਾਰ ਤੋਂ ਭਾਵ ਕੇਵਲ ਪੱਗ ਨਹੀਂ, ਦਸਤਾਰ ਤੋਂ ਭਾਵ ਕਿ ਉਹ ਵਿਅਕਤੀ ਨੇ ਕੱਪੜੇ ਕਿਹੋ ਜਿਹੇ ਪਾਏ ਹੋਏ। ਬਹੁਤ ਵਾਰੀ ਵਿਦਿਆਰਥੀ ਜਦੋਂ ਸਟੇਜ 'ਤੇ ਆਉਂਦੇ ਆ ਤਾਂ ਉਦੋਂ ਨਾ ਬੜੇ ਮਹਿੰਗੇ ਕੱਪੜੇ ਪਾ ਕੇ ਆਉਂਦੇ ਆ, ਬੜੀਆਂ ਅਸੈਸਰੀ ਲਾ ਕੇ ਆਉਂਦੇ ਆ, ਕਈ ਵਾਰ ਬੜੀ ਉਹ ਮੇਕਅਪ ਕਰੇ ਆਉਂਦੇ ਆ। ਪਰ ਦੇਖੋ ਉੱਥੇ ਤੁਹਾਡਾ ਕਾਵ ਉਚਾਰਨ ਜਾਂ ਤੁਹਾਡੀ ਜਿਹੜੀ ਆਵਾਜ਼ ਜਾਂ ਜਿਹੜਾ ਤੁਹਾਡਾ ਉੱਥੇ ਦਲੀਲ ਤਰਕ, ਉਸ ਚੀਜ਼ ਨੂੰ ਕਿਸੇ ਨੇ ਪਰਖਣਾ ਹੈ, ਤੁਹਾਡੇ ਕੱਪੜੇ ਪਰਖਣ ਲਈ ਨਹੀਂ ਉੱਥੇ ਬੈਠੇ ਗਏ। ਇਹ ਇੱਕ ਅਕਸਰ ਗਲਤੀ ਕੀਤੀ ਜਾਂਦੀ ਹੈ। ਬਹੁਤ ਵਾਰੀ ਅਸੀਂ ਵੇਖਿਆ ਹੈਗਾ ਕਿ ਜਦੋਂ ਜੱਜਮੈਂਟਸ ਦੇ ਵਿੱਚ ਜਾਈਦਾ ਮੈਨੂੰ ਹੈਰਾਨੀ ਆ ਕਿ ਇੱਕ ਵਾਰ ਅਸੀਂ ਜੱਜਮੈਂਟ ਕਰ ਰਹੇ ਸੀਗੇ ਤਾਂ ਇੱਕ ਜਿਹੜਾ ਵਿਦਿਆਰਥੀ ਆ ਉਹਦੇ ਇੱਕ ਭਾਰੀ ਅਸੈਸਰੀ ਪਾਈ ਸੀ। ਭਾਰੀ ਅਸੈਸਰੀ ਕੀ ਸੀ ਕਿ ਜਿਹੜਾ ਸਿੱਖ ਧਰਮ ਦੇ ਵਿੱਚ ਕੜਾ ਪਾਇਆ ਜਾਂਦਾ, ਪਰ ਉਹ ਕੜਾ ਨਹੀਂ ਸੀਗਾ, ਉਹ ਬਹੁਤ ਹੀ ਭਾਰਾ ਵੱਡਾ ਇੱਕ ਗਰਾਰੀ ਜੀ ਉਹਨੇ
ਪਾਈ ਹੋਈ ਸੀ ਬਾਂਹ ਦੇ ਵਿੱਚ। ਜਦੋਂ ਵਾਰ-ਵਾਰ ਸਟੇਜ ਤੇ ਬਾਂਹ ਮਾਰਦਾ ਸੀ ਤੇ ਉਹ ਕੜਾ ਉਹਦਾ ਛਣਕਦਾ ਸੀ ਤੇ ਲੋਕ ਜਿਹੜੇ ਜੱਜ, ਮੇਰਾ ਇੱਕ ਸਾਥੀ ਜੱਜ ਸੀ, ਉਹ ਕਹਿੰਦਾ ਕਿ ਜਿੰਨਾ ਭਾਰਾ ਕੜਾ ਪਾਇਆ, ਜੇ ਇੰਨੀਆਂ ਭਾਰੀਆਂ ਦਲੀਲਾਂ ਲੈ ਕੇ ਆਉਂਦਾ ਤਾਂ ਆਪਾਂ ਇਹਨੂੰ ਫਸਟ ਕੱਢ ਦਿੰਦੇ। ਸੋ ਇਹ ਅਸੈਸਰੀ ਵੀ ਜਿਹੜੀ ਵਾਧੂ ਦੀ ਅਸੈਸਰੀ ਆ ਉਹ ਕਈ ਵਾਰ ਤੰਗ ਕਰਦੀ ਆ। ਇਸੇ ਤਰ੍ਹਾਂ ਹੀ ਕਈ ਵਾਰੀ ਮੇਕਅਪ ਬਹੁਤ ਹੈਵੀ ਕੀਤਾ ਜਾਂਦਾ ਹੈ, ਉੱਥੇ ਤੁਹਾਡੀ ਕੋਈ ਫੈਸ਼ਨ ਪਰੇਡ ਨਹੀਂ ਹੋ ਰਹੀ। ਤੁਸੀਂ ਕੱਪੜੇ ਢੰਗ ਦੇ ਜ਼ਰੂਰ ਪਾਏ ਹੋਣ, ਠੀਕ ਆ, ਧੋਤੇ, ਸਾਫ਼, ਪ੍ਰੈਸ ਕੀਤੇ, ਠੀਕ ਤੁਹਾਡੇ ਕੱਪੜੇ ਪਾਏ ਹੋਣ, ਪਰ ਉੱਥੇ ਕੱਪੜਿਆਂ ਦੀ ਪਰਖ ਨਹੀਂ ਹੋ ਰਹੀ। ਅਗਲੀ ਗੱਲ ਕਿ ਜਦੋਂ ਤੁਸੀਂ ਸਟੇਜ ਵੱਲ ਜਾਂਦੇ ਆ, ਉਹ ਤੁਹਾਡਾ ਜਾਣਾ ਵੀ ਨਾ ਇੱਕ ਅੰਦਾਜ਼ ਵੀ ਮਹੱਤਵਪੂਰਨ ਹੁੰਦਾ ਹੈ ਕਿ ਬਹੁਤ ਵਾਰ ਵਿਅਕਤੀ ਆਏ ਜਾਂਦੇ ਆ ਜਿਵੇਂ ਗੋਲੀ ਛੱਡੀ ਹੁੰਦੀ ਆ, ਜਿਵੇਂ ਛੂਟ ਵੱਟ ਕੇ ਜਾਂਦੇ ਆ ਸਟੇਜ ਵੱਲ ਨੂੰ, ਉਹ ਵੀ ਬਹੁਤ ਬੁਰਾ ਲੱਗਦਾ। ਤੇ ਕਈ ਵਾਰ ਬੰਦੇ ਆਏ ਸੁਸਤ ਜਾਂਦੇ ਆ, ਲੱਤਾਂ ਘੜੀਸਦੇ, ਕਿ ਉੱਥੇ ਜੱਜਾਂ ਨੂੰ ਇਹ ਲੱਗਦਾ ਹੈ ਕਿ ਇਹ ਤਾਂ ਵਿਚਾਰਾ ਕਿਸੇ ਦਾ ਧੱਕਿਆ ਧਕਾਇਆ ਆ ਗਿਆ ਤੇ ਸਟੇਜ ਤੇ ਚੜ੍ਹਨ ਨੂੰ ਇਹਦਾ ਜੀ ਨਹੀਂ ਕਰਦਾ। ਇੱਕ ਨਿਸ਼ਚਿਤ ਜਿਹੜੀ ਤੁਹਾਡੀ ਚਾਲ ਆ ਉਹਦੇ ਵਿੱਚ ਇੱਕ ਗੌਰਵ ਹੋਣਾ ਚਾਹੀਦਾ, ਇੱਕ ਗ੍ਰੇਸ ਹੋਣੀ ਚਾਹੀਦੀ ਆ। ਹੁਣ ਜਦੋਂ ਤੁਸੀਂ ਸਟੇਜ ਤੇ ਚਲੇ ਗਏ ਤੇ ਸਟੇਜ ਤੇ ਜਾਣ ਤੋਂ ਬਾਅਦ ਸਭ ਤੋਂ ਆਦਰਸ਼ਕ ਸਥਿਤੀ ਤੇ ਇਹ ਹੈ ਕਿ ਤੁਹਾਡਾ ਦੋਹਾਂ ਲੱਤਾਂ ਤੇ ਇੱਕੋ ਜਿੰਨਾ ਭਾਰ ਹੋਵੇ। ਨਿਸ਼ਚੇ ਹੀ ਜਦੋਂ ਪਹਿਲਾ ਪਹਿਲ ਬੰਦਾ ਜਾਂਦਾ ਹੈ ਤਾਂ ਕਈ ਵਾਰ ਉਹਦੀਆਂ ਲੱਤਾਂ ਵੀ ਕੰਬਦੀਆਂ, ਇਸੇ ਲਈ ਡਾਇਸ ਲਾਇਆ ਜਾਂਦਾ ਕਿ ਲੱਤਾਂ ਉਹਨਾਂ ਦੀਆਂ ਕੰਬਦੀਆਂ ਲੁਕੀਆਂ ਰਹਿਣ, ਪਰ ਇਸ ਦੇ ਬਾਵਜੂਦ ਤੁਹਾਡੀਆਂ ਦੋਵੇਂ ਲੱਤਾਂ ਦੇ ਉੱਤੇ ਇੱਕੋ ਜਿੰਨਾ ਭਾਰ ਹੋਣਾ ਚਾਹੀਦਾ ਹੈ। ਸਭ ਤੋਂ ਵੱਡੀ ਗੱਲ ਤੁਹਾਡਾ ਇਹ ਕਿ ਜਿਹੜੇ ਗਰਦਨ ਆ ਉਹ ਸਿੱਧੀ ਹੋਣੀ ਚਾਹੀਦੀ ਹੈ, ਤਣੀ ਹੋਣੀ ਚਾਹੀਦੀ ਹੈ, ਪਰ ਆਕੜੀ ਨਹੀਂ ਹੋਣੀ ਚਾਹੀਦੀ। ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਇਸ ਪੋਜ ਦੇ ਵਿੱਚ ਫਰਕ ਕਰੋ ਕਿ ਕਿਹਾ ਕਿ ਬੰਦੇ ਦੇ ਧੌਣ 'ਚ ਕਿੱਲਾ ਲੱਗੇ, ਕਿ ਬੰਦਾ ਆਕੜਿਆ ਦਿਖਾਈ ਦੇਵੇ। ਦੂਸਰੇ ਪਾਸੇ ਇਹ ਆ ਕਿ ਗਰਦਨ ਸਿੱਧੀ ਹੋਵੇ। ਗਰਦਨ ਸਿੱਧੀ ਤੁਹਾਡਾ ਕੱਦ, ਤੁਹਾਡੀ ਸ਼ਖਸੀਅਤ ਦੇ ਵਿੱਚ ਨਿਖਾਰ ਕਰਦੀ ਆ, ਪਰ ਜਿਹੜੀ ਆਕੜੀ ਗਰਦਨ ਹੈਗੀ ਆ ਉਹ ਤੁਹਾਡਾ ਭੈੜਾ ਪ੍ਰਭਾਵ ਪਾਉਂਦੀ। ਹੁਣ ਇਹ ਆ ਕਿ ਤੁਸੀਂ ਉੱਥੇ ਸੰਬੋਧਨ ਸ਼ੁਰੂ ਕਰਨਾ। ਬਹੁਤ ਥਾਵਾਂ ਦੇ ਉੱਤੇ ਤਾਂ ਸੰਬੋਧਨ ਬਾਰੇ ਲਿਖਿਆ ਹੁੰਦਾ ਕਿ ਤੁਸੀਂ ਕਿਸੇ ਨੂੰ ਸੰਬੋਧਨ ਕਰ ਸਕਦੇ ਆ ਕਿ ਨਹੀਂ ਸੰਬੋਧਨ ਕਰ ਸਕਦੇ, ਪਰ ਜੇ ਤੁਸੀਂ ਸੰਬੋਧਨ ਕਰ ਸਕਦੇ ਆ ਤਾਂ ਦਰਜਾ ਬਾ ਦਰਜਾ ਜੋ ਵੀ ਉੱਥੇ ਪ੍ਰਧਾਨ ਨੇ, ਮੁੱਖ ਮਹਿਮਾਨ ਨੇ, ਜੱਜ ਨੇ, ਉਹਨਾਂ ਨੂੰ ਤੁਸੀਂ ਸੰਬੋਧਨ ਕਰਨਾ ਹੈਗਾ ਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਜਾਂ ਸਲਾਮਾ ਏਕਮ, ਜੋ ਵੀ ਉੱਥੋਂ ਦਾ ਕਸਟਮ ਹੈਗਾ ਉਹ ਤੁਸੀਂ ਬੋਲਣਾ ਹੈਗਾ। ਉਸ ਤੋਂ ਬਾਅਦ ਤੁਸੀਂ ਆਪਣੀ ਇੰਟਰੋਡਕਸ਼ਨ ਦੇਣੀ ਹੈ। ਇੰਟਰੋਡਕਸ਼ਨ ਬਹੁਤ ਥਾਵਾਂ 'ਤੇ ਹੁੰਦਾ ਕਿ ਤੁਸੀਂ ਸਿਰਫ ਆਪਣਾ ਨੰਬਰ ਬੋਲ ਸਕਦੇ ਆ, ਕਈ ਥਾਵਾਂ 'ਤੇ ਨੰਬਰ ਵੀ ਨਹੀਂ ਬੋਲ ਸਕਦੇ। ਤਾਂ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਇਹਨਾਂ ਦਾ ਵੀ ਖਿਆਲ ਰੱਖਣਾ ਪਵੇਗਾ। ਹੁਣ ਅਸੀਂ ਗੱਲ ਕਰਦੇ ਹੈਗੇ ਆ ਕਿ ਜਦੋਂ ਵਿਅਕਤੀ ਭਾਸ਼ਣ ਦਿੰਦਾ ਹੈ ਤਾਂ ਉਹ ਭਾਸ਼ਣ ਦੇ ਲਈ ਉਹ ਕਿਹੜੀਆਂ ਜਿਹੜੀਆਂ ਚੀਜ਼ਾਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਤਾਂ ਭਾਸ਼ਣ ਦੇ ਵਿੱਚ 3 ਪੜਾਅ ਨੇ। ਇੱਕ ਪੜਾਅ ਹੈਗਾ ਤੁਹਾਡਾ ਜਿਹਨੂੰ ਕਹਿ ਸਕਦੇ ਆ ਕਿ ਤਿਆਰੀ ਦਾ ਪੜਾਅ। ਉਹ ਤਿਆਰੀ ਦਾ ਪੜਾਅ ਤਾਂ ਤੁਹਾਡਾ ਸਟੇਜ ਤੋਂ ਆਉਣ ਤੋਂ ਪਹਿਲਾਂ ਦਾ ਪੜਾਅ ਹੈ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਿ ਤੁਸੀਂ ਹੁਣ ਤੱਕ ਕੀ ਪੜ੍ਹਿਆ, ਤੁਸੀਂ ਹੁਣ ਤੱਕ ਕੀ ਤਜਰਬਾ ਹਾਸਲ ਕੀਤਾ, ਤੁਸੀਂ ਹੁਣ ਤੱਕ ਕੀ ਯਾਦ ਕੀਤਾ। ਦੂਸਰੀ ਜਿਹੜੀ ਗੱਲ ਹੈਗੀ ਆ ਕਿ ਤੁਸੀਂ ਭਾਸ਼ਣ ਦੀ ਤਰਤੀਬ ਬਣਾਉਣੀ ਹੈ, ਕਿ ਤੁਸੀਂ ਭਾਸ਼ਣ ਦੀ ਤਰਤੀਬ ਕਿਹੜੀ ਗੱਲ ਮੈਂ ਪਹਿਲਾਂ ਕਹਿਣੀ ਹੈ, ਕਿਹੜੀ ਗੱਲ ਮੈਂ ਵਿਚਕਾਰ ਕਹਿਣੀ ਹੈ, ਕਿਹੜੀ ਗੱਲ ਮੈਂ ਆਖਰ ਦੇ ਵਿੱਚ ਕਹਿਣੀ ਹੈ। ਆਮ ਕਰਕੇ ਭਾਸ਼ਣ ਦਾ ਜਿਹੜਾ ਆਰੰਭ ਆ ਤੇ ਅੰਤ ਆ ਉਹ ਬਹੁਤ ਕੁਝ ਡਿਸਾਈਡ ਕਰਦਾ ਹੈ, ਬਹੁਤ ਕੁਝ ਉਹਦੇ ਉੱਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਜੱਜ ਕਿਸ ਕਸੌਟੀ 'ਤੇ ਰੱਖ ਕੇ ਪਰਖਦੇ ਆ ਕਿ ਤੁਹਾਡਾ ਆਰੰਭ ਕਿਹੋ ਜਿਹਾ ਸੀ ਤੇ ਅਖੀਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੀਤਾ।